ਵਿਨਿੰਗ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ। ਇਸ ਵੇਲੇ ਦੀ ਵੱਡੀ ਖਬਰ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਨਜ਼ਰ ਆ ਰਹੀ ਹੈ। ਸੋ ਰਾਮ ਰਹੀਮ ਜੋ ਕਿ ਇਸ ਸਮੇਂ 3 ਕੇਸਾਂ ਨੂੰ ਲੈ ਕੇ ਸੁਨਾਰੀਆ ਦੀ ਜੇਲ੍ਹ ਦੇ ਵਿੱਚ ਬੰਦ ਨੇ, ਜਿਨ੍ਹਾਂ ਦੇ ਵਿੱਚ 2 ਕੇਸ ਉਹਨਾਂ ਦੇ ਉੱਪਰ ਜਬਰ ਜਨਾਹ ਨੂੰ ਲੈ ਕੇ ਜਿਸ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਉਹਨਾਂ ਨੂੰ 10 ਸਾਲ ਦੀ ਸਜ਼ਾ ਵੀ ਦਿੱਤੀ ਗਈ ਸੀ, ਜਿਸ ਦੇ ਅਧੀਨ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ। ਤੇ ਇੱਕ ਹੋਰ ਕਤਲ ਕੇਸ ਦੇ ਵਿੱਚ ਵੀ ਉਹਨਾਂ ਨੂੰ, ਜਦੋਂ ਕਿ ਛਤਰਪਤੀ ਪੱਤਰਕਾਰ ਸੀ ਜੋ ਉਹਨਾਂ ਦੇ ਕਤਲ ਦੇ ਵਿੱਚ ਉਹਨਾਂ ਨੂੰ ਟਿਲ ਡੈਥ ਤੱਕ ਦੀ ਸਜ਼ਾ ਸੁਣਾਈ ਗਈ ਹੈ। ਸੋ ਇਸ ਸਮੇਂ ਦੀ ਵੱਡੀ ਖਬਰ ਰਾਮ ਰਹੀਮ ਨੂੰ ਲੈ ਕੇ ਸੁਨਾਰੀਆ ਜੇਲ੍ਹ ਤੋਂ ਆ ਰਹੀ ਹੈ। ਦੱਸ ਦਈਏ ਕਿ ਪਿਛਲੇ ਦਿਨੀ ਜਦੋਂ ਕਿ 21 ਦਿਨ ਦੀ ਫਰਲੋ ਦੇ ਉੱਪਰ ਰਾਮ ਰਹੀਮ ਪਹੁੰਚੇ ਸੀ, ਜਦੋਂ ਕਿ ਉਹ 21 ਦਿਨ ਗੁਰੂਗ੍ਰਾਮ ਵਿੱਚ ਰਹੇ ਸੀ, ਤਾਂ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ। ਚਿੱਠੀ ਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਦੇ ਨਾਮ ਦੇ ਉੱਪਰ ਚਰਚਾ ਕੀਤੀ ਸੀ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਉਹ ਲੋਕ ਨੇ ਜਿਹੜੇ ਪੱਕੇ ਪੈਰੋਕਾਰ ਨੇ ਡੇਰੇ ਦੇ ਅਤੇ ਡੇਰੇ ਦੀ ਭਲਾਈ ਦੇ ਲਈ ਕੰਮ ਕਰ ਰਹੇ ਨੇ, ਜਿਸ ਦੇ ਵਿੱਚ ਕਿ ਹਨੀਪ੍ਰੀਤ ਦੇ ਨਾਮ ਤੋਂ ਇਲਾਵਾ ਕੁਝ ਹੋਰ ਸੇਵਾਦਾਰਾਂ, ਕੁਝ ਪੈਰੋਕਾਰਾਂ ਦਾ ਨਾਮ ਲਿਆ ਗਿਆ ਸੀ। ਲੇਕਿਨ ਇਸ ਚਿੱਠੀ ਨੂੰ ਲੈ ਕੇ, ਕਿਉਂਕਿ ਇਸ ਚਿੱਠੀ ਦੇ ਵਿੱਚ ਹਨੀਪ੍ਰੀਤ ਦੇ ਨਾਮ ਨੂੰ ਪ੍ਰਮੁਖਤਾ ਦੇ ਨਾਲ ਲਿਖਿਆ ਸੀ, ਸੋ ਇਸ ਚਿੱਠੀ ਦੇ ਆਧਾਰ ਦੇ ਉੱਪਰ ਪੈਰਾਕਾਰਾਂ ਦੇ ਵੱਲੋਂ, ਡੇਰੇ ਦੇ ਪੈਰੋਕਾਰਾਂ ਦੇ ਵੱਲੋਂ ਲਗਾਤਾਰ ਇਹ ਕਿਆਸ ਲਗਾਈਆਂ ਜਾ ਰਹੀ ਸੀ ਕਿ 29 ਅਪ੍ਰੈਲ ਨੂੰ ਹਨੀਪ੍ਰੀਤ ਰਾਮ ਰਹੀਮ ਦੀ ਗੱਦੀ ਦੇ ਉੱਪਰ ਬੈਠ ਜਾਵੇਗੀ। ਸੋ ਇਸ ਵੇਲੇ ਦੀ ਵੱਡੀ ਖਬਰ, ਕਿਉਂਕਿ ਇਸ ਗੱਦੀ ਨੂੰ ਲੈ ਕੇ 29 ਅਪ੍ਰੈਲ ਨੂੰ ਕੀ ਰਾਮ ਰਹੀਮ ਦੀ ਗੱਦੀ ਦੇ ਉੱਪਰ ਅਗਲੀ ਵਾਰਸ ਦੇ ਤੌਰ ਤੇ ਹਨੀਪ੍ਰੀਤ ਬੈਠੇਗੀ, ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਖਬਰ ਨੂੰ ਲੈ ਕੇ ਹਨੀਪ੍ਰੀਤ ਵੱਲੋਂ ਵੀ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ। ਸੋ ਹਨੀਪ੍ਰੀਤ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਕਿ 29 ਤਰੀਕ ਭਾਵ ਕਿ 29 ਅਪ੍ਰੈਲ ਨੂੰ ਉਹ ਰਾਮ ਰਹੀਮ ਦੀ ਗੱਦੀ ਦੇ ਉੱਪਰ ਨਹੀਂ ਬੈਠੇਗੀ। ਇਸ ਵੇਲੇ ਦੀ ਵੱਡੀ ਖਬਰ ਹਨੀਪ੍ਰੀਤ ਦੇ ਨਾਲ ਜੁੜੀ ਹੋਈ ਤੇ ਰਾਮ ਰਹੀਮ ਦੀ ਗੱਦੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਦੇ ਕਿ ਪੈਰੋਕਾਰਾਂ ਦੇ ਵੱਲੋਂ ਲਗਾਤਾਰ ਹਨੀਪ੍ਰੀਤ ਨੂੰ ਇਹ ਸਵਾਲ ਪੁੱਛੇ ਜਾ ਰਹੇ ਸੀ ਕਿ 29 ਅਪ੍ਰੈਲ ਨੂੰ ਉਹ ਗੱਦੀ ਤੇ ਬੈਠਣਗੇ, ਰਾਮ ਰਹੀਮ ਦੀ ਗੱਦੀ ਉਹਨਾਂ ਦੇ ਹਵਾਲੇ ਹੋਏਗੀ ਕਿ ਅਗਲੇ ਵਾਰਸ ਗੱਦੀ ਦੇ ਉਹ ਹੋਣਗੇ। ਲੇਕਿਨ ਉਸ ਦੇ ਉੱਪਰ ਹੁਣ ਵਿਰਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਹਨੀਪ੍ਰੀਤ ਨੇ ਸਪਸ਼ਟ ਤੌਰ ਤੇ ਇਹ ਗੱਲ ਆਖ ਦਿੱਤੀ ਹੈ ਕਿ ਉਹ ਡੇਰੇ ਦੇ ਪੈਰੋਕਾਰ ਹਨ ਅਤੇ ਰਾਮ ਰਹੀਮ ਦੇ ਪੈਰੋਕਾਰ ਹਨ। ਉਹ ਪੈਰੋਕਾਰ ਹੀ ਰਹਿਣਗੇ ਤੇ ਗੱਦੀ ਉੱਪਰ ਉਹ ਨਹੀਂ ਬੈਠਣਗੇ। ਭਾਵ ਕਿ 29 ਅਪ੍ਰੈਲ ਨੂੰ ਜਿਹੜੀਆਂ ਕਿ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਕਿ 29 ਅਪ੍ਰੈਲ ਨੂੰ ਹਨੀਪ੍ਰੀਤ ਡੇਰੇ ਦੀ ਵਾਰਸ ਬਣੇਗੀ, ਰਾਮ ਰਹੀਮ ਦੀ ਗੱਦੀ ਹਨੀਪ੍ਰੀਤ ਨੂੰ ਮਿਲ ਜਾਏਗੀ, ਉਸ ਦੇ ਉੱਪਰ ਵਿਰਾਮ ਲੱਗਦੇ ਹੋਏ ਨਜ਼ਰ ਆਏ ਨੇ। ਹਨੀਪ੍ਰੀਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਦੱਸ ਦਈਏ ਕਿ 3 ਮਾਮਲਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿ 2 ਮਾਮਲਿਆਂ ਵਿੱਚ ਰਾਮ ਰਹੀਮ ਨੂੰ 10 ਸਾਲ ਦੀ ਕੈਦ ਮਿਲੀ ਸੀ, ਜਦੋਂ ਕਿ 2 ਲੜਕੀਆਂ ਦੇ ਵੱਲੋਂ ਸਰੀਰਕ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਸੀ। ਲੰਮੀ ਟ੍ਰਾਇਲ ਚੱਲੀ ਸੀ, ਜਿਸ ਦੇ ਵਿੱਚ ਅੰਤ ਦੇ ਵਿੱਚ ਉਹਨਾਂ ਨੂੰ 10 ਸਾਲ ਦੀ ਕੈਦ ਸੁਣਾਈ ਗਈ ਸੀ। ਸੋ ਨਾਲ ਹੀ ਇਹ ਵੀ ਪ੍ਰਾਵਧਾਨ ਕੀਤਾ ਗਿਆ ਸੀ ਕਿ ਪਹਿਲੇ 10 ਸਾਲ ਖਤਮ ਹੋਣ ਤੇ ਦੂਸਰੀ ਸਜ਼ਾ ਸ਼ੁਰੂ ਹੋਏਗੀ, ਭਾਵ ਕਿ ਦੋਨੋਂ ਸਜ਼ਾਵਾਂ ਇੱਕ ਸਾਥ ਨਹੀਂ ਚੱਲਣਗੀਆਂ, ਜਿਸ ਨੂੰ ਲੈ ਕੇ ਇਹ ਕਿਆਸ ਰਹੀਆਂ ਸੀ ਕਿ ਆਉਣ ਵਾਲੇ ਤਕਰੀਬਨ 20 ਸਾਲ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ। ਜਿਸ ਤੋਂ ਬਾਅਦ ਇਹ ਚਰਚਾਵਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ ਕਿ ਰਾਮ ਰਹੀਮ ਕਿਸੇ ਹੋਰ ਆਪਣੇ ਪੈਰੋਕਾਰ ਨੂੰ, ਚੇਲੇ ਨੂੰ ਇਸ ਗੱਦੀ ਦੇ ਉੱਪਰ ਬਿਠਾਉਣਗੇ, ਕਿਉਂਕਿ ਹਨੀਪ੍ਰੀਤ ਸਭ ਤੋਂ ਕਲੋਜ਼ ਸੀ। ਤਾਂ ਚਰਚਾਵਾਂ ਇਹ ਸੀ ਕਿ ਹਨੀਪ੍ਰੀਤ ਇਸ ਗੱਦੀ ਦੇ ਉੱਪਰ ਬੈਠਣਗੇ, ਲੇਕਿਨ ਇਹਨਾਂ ਚਰਚਾਵਾਂ ਦੇ ਉੱਪਰ ਵਿਰਾਮ ਲੱਗਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ 2 ਕੇਸਾਂ ਦੇ ਵਿੱਚ ਜਦੋਂ ਕਿ 10 ਸਾਲ ਦੀ ਸਜ਼ਾ ਰਾਮ ਰਹੀਮ ਨੂੰ ਮਿਲੀ ਸੀ, ਉਸ ਤੋਂ ਇਲਾਵਾ ਇੱਕ ਬਹੁਤ ਹੀ ਮਸ਼ਹੂਰ ਕੇਸ ਜਿਸ ਦੇ ਲਈ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਉਹ ਸੀ ਛਤਰਪਤੀ ਪੱਤਰਕਾਰ ਦਾ ਕਤਲ ਕੇਸ, ਜਿਸ ਨੂੰ ਲੈ ਕੇ ਕਿ ਛਤਰਪਤੀ ਪਰਿਵਾਰ ਦੇ ਵੱਲੋਂ ਇੱਕ ਵੱਡੀ ਲੜਾਈ ਲੜੀ ਗਈ ਸੀ। ਲੇਕਿਨ ਉਹਨਾਂ ਨੂੰ ਲੰਮੇ ਟਾਈਮ ਦੀ ਲੜਾਈ ਤੋਂ ਬਾਅਦ, ਭਾਵ ਕਿ ਉਹ ਸਫਲ ਹੋ ਗਏ ਸੀ ਤੇ ਇਸ ਦੇ ਵਿੱਚ ਵੀ ਸਜ਼ਾ ਸੁਣਾ ਦਿੱਤੀ ਗਈ ਸੀ, ਜਿਸ ਦੇ ਵਿੱਚ ਕਿ ਸਜ਼ਾ ਦੇ ਤੌਰ ਤੇ ਲਿਖਿਆ ਗਿਆ ਸੀ ਕਿ ਰਾਮ ਰਹੀਮ ਟਿਲ ਡੈਥ, ਭਾਵ ਕਿ ਆਪਣੇ ਆਖਰੀ ਸਾਹਾਂ ਤੱਕ ਹਵਾਲਾਤ ਦੇ ਵਿੱਚ, ਭਾਵ ਕਿ ਜੇਲ੍ਹ ਦੇ ਵਿੱਚ ਰਹਿਣਗੇ। ਸੋ ਇਹਨਾਂ ਤੋਂ ਬਾਅਦ ਕਿਆਸ ਲਗਾਈਆਂ ਜਾ ਰਹੀਆਂ ਸੀ ਕਿ ਕਦੇ ਵੀ ਰਾਮ ਰਹੀਮ ਹੁਣ ਫਿਰ ਤੋਂ ਆਪਣੀ ਗੱਦੀ ਦੇ ਉੱਪਰ ਨਹੀਂ ਬੈਠ ਸਕਣਗੇ। ਸੋ ਪੈਰੋਕਾਰ ਜੋ ਕਿ ਡੇਰੇ ਨਾਲ ਸੰਬੰਧਿਤ ਨੇ ਅਤੇ ਡੇਰੇ ਦੇ ਬਹੁਤ ਨਜ਼ਦੀਕੀ ਨੇ, ਉਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਸਵਾਲ ਪੁੱਛੇ ਜਾ ਰਹੇ ਸੀ ਕਿ ਆਖਰ ਗੱਦੀ ਦਾ ਅਗਲਾ ਵਾਰਿਸ ਕੌਣ ਹੋਏਗਾ। ਸੋ ਚਿੱਠੀ ਦੀ ਗੱਲ ਕਰੀਏ, ਜਿਹੜੀ ਕਿ ਚਿੱਠੀ ਰਾਮ ਰਹੀਮ ਦੇ ਵੱਲੋਂ ਉਸ ਸਮੇਂ ਲਿਖੀ ਗਈ ਸੀ ਜਦੋਂ ਕਿ ਉਹ 21 ਦਿਨ ਦੀ ਫਰਲੋ ਤੇ ਬਾਹਰ ਆਏ ਸੀ, ਜੇਲ੍ਹ ਤੋਂ ਬਾਹਰ ਆਏ ਸੀ। ਦੱਸ ਦਈਏ ਕਿ ਇਸ ਫਰਲੋ ਨੂੰ ਲੈ ਕੇ ਹਰਿਆਣਾ ਅਤੇ ਹਾਈ ਕੋਰਟ ਦਾ ਇੱਕ ਜਵਾਬ ਆਇਆ ਸੀ, ਬਿਆਨ ਆਇਆ ਸੀ ਕਿ ਫਰਲੋ ਦੇ ਉੱਪਰ ਰਾਮ ਰਹੀਮ ਦਾ ਪੂਰਨ ਤੌਰ ਤੇ ਅਧਿਕਾਰ ਹੈ। ਸੋ ਹਰਿਆਣਾ ਸਰਕਾਰ ਦੇ ਵੱਲੋਂ
ਉਹਨਾਂ ਦੀ ਇਸ ਫਰਲੋ ਦੀ ਵਕਾਲਤ ਕੀਤੀ ਗਈ ਸੀ। ਹਾਈ ਕੋਰਟ ਨੇ ਵੀ ਇਸ ਫਰਲੋ ਦੇ ਉੱਪਰ ਮੋਹਰ ਲਗਾਈ ਸੀ ਕਿ ਫਰਲੋ ਦਾ ਅਧਿਕਾਰ ਰਾਮ ਰਹੀਮ ਨੂੰ ਵੀ ਹੈ। ਸੋ ਕਿਉਂਕਿ 5 ਸੂਬਿਆਂ ਦੇ ਵਿੱਚ ਸਿਆਸਤ ਦਾ ਮਾਹੌਲ ਸੀ, 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਸੀ। ਸੋ ਇਹਨਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕੁਝ ਦਿਨ ਪਹਿਲਾਂ ਰਾਮ ਰਹੀਮ ਨੂੰ ਫਰਲੋ ਦੇ ਦਿੱਤੀ ਗਈ ਸੀ। ਹਾਈ ਕੋਰਟ ਦੇ ਵੱਲੋਂ ਫਰਲੋ ਦੇ ਦਿੱਤੀ ਸੀ, ਭਾਵੇਂ ਕਿ ਪਹਿਲਾਂ ਕਈ ਜ਼ਮਾਨਤ ਦੀਆਂ ਅਰਜ਼ੀਆਂ ਵੀ ਹਾਈ ਕੋਰਟ ਦੇ ਵਿੱਚ ਪੁੱਜੀਆਂ ਸੀ, ਲੇਕਿਨ ਇਹਨਾਂ ਨੂੰ ਜ਼ਮਾਨਤ ਦੇ ਤੌਰ ਤੇ ਬਾਹਰ ਨਹੀਂ ਜਾਣ ਦਿੱਤਾ ਗਿਆ ਸੀ। ਹਰ ਵਾਰ ਇਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਲੇਕਿਨ ਹਾਈ ਕੋਰਟ ਨੇ ਇੱਕ ਬਿਆਨ ਦਿੱਤਾ ਸੀ ਕਿ ਫਰਲੋ ਦੇ ਉੱਪਰ ਰਾਮ ਰਹੀਮ ਦਾ ਵੀ ਹੱਕ ਹੈ। ਸੋ ਰਾਮ ਰਹੀਮ ਜੇਲ੍ਹ ਤੋਂ ਬਾਹਰ ਜਾ ਸਕਦੇ ਨੇ। ਸੋ 21 ਦਿਨ ਦੀ ਫਰਲੋ ਤੇ ਜਦੋਂ ਉਹ ਗੁਰੂਗ੍ਰਾਮ ਆਪਣੇ ਆਸ਼ਰਮ ਦੇ ਵਿੱਚ ਆਪਣੇ ਡੇਰੇ ਵਿੱਚ ਆ ਕੇ ਰਹੇ ਸੀ, ਸੋ ਉੱਥੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਜਿਸ ਚਿੱਠੀ ਨੂੰ ਆਧਾਰ ਬਣਾ ਕੇ ਰਾਮ ਰਹੀਮ ਦੇ ਅਗਲੇ ਵਾਰਸ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ। ਕਿਉਂਕਿ ਚਿੱਠੀ ਦੇ ਵਿੱਚ ਰਾਮ ਰਹੀਮ ਦੇ ਵੱਲੋਂ ਡੇਰੇ ਦੇ ਕੁਝ ਪੈਰੋਕਾਰਾਂ ਦੀ ਸ਼ਲਾਘਾ ਕੀਤੀ ਗਈ ਸੀ, ਉਹਨਾਂ ਦੇ ਕਦਮਾਂ ਦੀ ਸ਼ਲਾਘਾ ਕੀਤੀ ਗਈ ਸੀ, ਜੋ ਕਿ ਡੇਰੇ ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਨੇ। ਜਦੋਂ ਕਿ ਰਾਮ ਰਹੀਮ ਜੇਲ੍ਹ ਦੇ ਅੰਦਰ ਨੇ, ਉਸ ਸਮੇਂ ਵੀ ਉਹ ਡੇਰੇ ਦੇ ਨਾਲ ਜੁੜੇ ਰਹੇ, ਜਿਨ੍ਹਾਂ ਦੇ ਵਿੱਚ ਹਨੀਪ੍ਰੀਤ ਦਾ ਨਾਮ ਪ੍ਰਪੁਖਤਾ ਦੇ ਨਾਲ ਲਿਖਿਆ ਗਿਆ ਸੀ। ਦੱਸ ਦਈਏ ਕਿ ਹਨੀਪ੍ਰੀਤ ਮੂੰਹ ਬੋਲੀ ਬੇਟੀ ਹੈ ਰਾਮ ਰਹੀਮ ਦੀ, ਜਿਸ ਦੇ ਕਿ ਸਭ ਤੋਂ ਨਜ਼ਦੀਕ, ਜੇਕਰ ਰਾਮ ਰਹੀਮ ਦੀ ਕਰੀਏ ਤਾਂ ਸਭ ਤੋਂ ਨਜ਼ਦੀਕ ਜੇਕਰ ਕੋਈ ਵਿਅਕਤੀ ਹੈ ਤਾਂ ਹਨੀਪ੍ਰੀਤ ਹੈ। ਸੋ ਜਦੋਂ ਕਿ ਆਪਣੀ ਚਿੱਠੀ ਦੇ ਵਿੱਚ ਉਹਨਾਂ ਨੇ ਹਨੀਪ੍ਰੀਤ ਨੂੰ ਪ੍ਰਮੁਖਤਾ ਦੇ ਨਾਲ ਉਹਨਾਂ ਦਾ ਨਾਮ ਛਾਪਿਆ ਸੀ, ਤਾਂ ਕਿਆ ਸੁਣਾਈਆਂ ਸ਼ੁਰੂ ਹੋ ਚੁੱਕੀਆਂ ਸੀ ਕਿ ਜਦੋਂ ਕਿ ਇੱਕ ਫੈਸਲਾ ਆ ਚੁੱਕਿਆ ਕੋਰਟ ਦੇ ਵੱਲੋਂ ਕਤਲ ਕੇਸ ਦੇ ਵਿੱਚ ਰਾਮ ਰਹੀਮ ਦੇ ਵਿਰੁੱਧ ਕਿ ਆਪਣੀ ਜ਼ਿੰਦਗੀ ਦੀ ਆਖਰੀ ਸਾਹ ਤੱਕ ਉਹ ਜੇਲ੍ਹ ਦੇ ਵਿੱਚ ਰਹਿਣਗੇ, ਤਾਂ ਕਿਆ ਸੁਣਾਈਆਂ ਸ਼ੁਰੂ ਹੋ ਚੁੱਕੀਆਂ ਸੀ ਕਿ ਅਗਲੇ ਡੇਰੇ ਦੇ ਅਗਲੇ ਮੁਖੀ ਦੀ ਭਾਲ ਸ਼ੁਰੂ ਹੋ ਚੁੱਕੀ ਹੈ। ਸੋ ਹਨੀਪ੍ਰੀਤ ਦੇ ਨਾਮ ਨੂੰ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਸੀ। ਇਸ ਦੌਰਾਨ ਰਾਮ ਰਹੀਮ ਦੇ ਵੱਲੋਂ ਕਿ ਵੱਖ-ਵੱਖ ਸਮੇਂ ਤੇ ਇਹ ਵੀ ਮੰਗ ਕੀਤੀ ਗਈ ਸੀ ਕਿ ਹਨੀਪ੍ਰੀਤ ਨੂੰ ਉਹਨਾਂ ਦੀ ਸੇਵਾ ਦੇ ਲਈ ਜੇਲ੍ਹ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਭਾਵੇਂ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਰਟ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਉਹਨਾਂ ਦੀ ਮੰਗ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ। ਲੇਕਿਨ ਹਨੀਪ੍ਰੀਤ ਦਾ ਨਾਮ ਸਭ ਤੋਂ ਅੱਗੇ ਸੀ ਕਿ 29 ਅਪ੍ਰੈਲ ਨੂੰ ਇਹ ਚਰਚਾਵਾਂ ਸੀ, ਡੇਟ ਵੀ ਤਕਰੀਬਨ ਫਿਕਸ ਕਰ ਦਿੱਤੀ ਗਈ ਸੀ ਕਿ 29 ਅਪ੍ਰੈਲ ਨੂੰ ਹਨੀਪ੍ਰੀਤ ਰਾਮ ਰਹੀਮ ਦੀ ਗੱਦੀ ਦੇ ਉੱਪਰ ਬੈਠ ਜਾਣਗੇ। ਲੇਕਿਨ ਹਨੀਪ੍ਰੀਤ ਨੇ ਖੁਦ ਇਸ ਗੱਲ ਦੇ ਉੱਪਰ ਆ ਕੇ ਇਸ ਜੋ ਚਰਚਾਵਾਂ ਉੱਠੀਆਂ ਸੀ ਉਹਨਾਂ ਦੇ ਉੱਪਰ ਆ ਕੇ ਸਾਹਮਣੇ ਆ ਕੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਸਿਰਫ ਔਰ ਸਿਰਫ ਰਾਮ ਰਹੀਮ ਦੇ ਪੈਰੋਕਾਰ ਨੇ, ਰਾਮ ਰਹੀਮ ਦੇ ਉਹ ਚੇਲੇ ਨੇ, ਉਹ ਡੇਰੇ ਦੇ ਨਾਲ ਜ਼ਰੂਰ ਜੁੜੇ ਹੋਏ ਨੇ, ਲੇਕਿਨ ਰਾਮ ਰਹੀਮ ਹੀ ਗੱਦੀ ਦੇ ਉੱਪਰ ਬਣੇ ਰਹਿਣਗੇ। ਸੋ ਹਨੀਪ੍ਰੀਤ ਨੇ ਸਾਰੀਆਂ ਚਰਚਾਵਾਂ ਦੇ ਉੱਪਰ ਵਿਰਾਮ ਲਗਾਉਂਦੇ ਹੋਏ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਗੱਦੀ ਦੇ ਉੱਪਰ ਨਹੀਂ ਬੈਠਣ ਜਾ ਰਹੇ, ਭਾਵ ਕਿ 29 ਅਪ੍ਰੈਲ ਨੂੰ ਹਨੀਪ੍ਰੀਤ ਗੱਦੀ ਦੇ ਉੱਪਰ ਨਹੀਂ ਬੈਠਣਗੇ, ਡੇਰੇ ਦੇ ਵਾਰਸ ਨਹੀਂ ਹੋਣਗੇ। ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਰਾਮ ਰਹੀਮ ਹੀ ਗੱਦੀ ਦੇ ਉੱਪਰ ਬਣੇ ਰਹਿਣਗੇ, ਡੇਰੇ ਦੇ ਅਸੀਂ ਪੈਰੋਕਾਰ ਰਵਾਂਗੇ ਤੇ ਡੇਰੇ ਦੇ ਮੁਖੀ ਰਾਮ ਰਹੀਮ ਹੀ ਬਣੇ ਰਹਿਣਗੇ। ਸੋ ਇਸ ਵੇਲੇ ਦੀ ਵੱਡੀ ਖਬਰ ਡੇਰੇ ਨੂੰ ਲੈ ਕੇ, ਡੇਰੇ ਦੀ ਰਾਮ ਰਹੀਮ ਦੇ ਡੇਰੇ ਨੂੰ ਲੈ ਕੇ, ਰਾਮ ਰਹੀਮ ਦੀ ਗੱਦੀ ਨੂੰ ਲੈ ਕੇ ਸਾਹਮਣੇ ਆਈ ਹੈ, ਜਿੱਥੇ ਕਿ ਹੁਣ ਵਿਰਾਮ ਲੱਗਦਾ ਨਜ਼ਰ ਆ ਰਿਹਾ ਕਿ 29 ਅਪ੍ਰੈਲ ਨੂੰ ਰਾਮ ਰਹੀਮ ਦੀ ਗੱਦੀ ਦੇ ਉੱਪਰ ਹਨੀਪ੍ਰੀਤ ਬੈਠੇਗੀ। ਕਿ ਸੱਚਮੁੱਚ 29 ਅਪ੍ਰੈਲ ਨੂੰ ਹਨੀਪ੍ਰੀਤ ਗੱਦੀ ਦੇ ਉੱਪਰ ਨਹੀਂ ਬੈਠੇਗੀ, ਜਾਂ ਫਿਰ ਜਿਸ ਤਰ੍ਹਾਂ ਕਿ ਪੈਰੋਕਾਰਾਂ ਦੇ ਵੱਲੋਂ, ਡੇਰੇ ਦੇ ਪੈਰੋਕਾਰਾਂ ਦੇ ਵੱਲੋਂ ਇਹ ਲਗਾਤਾਰ ਚਰਚਾਵਾਂ ਨੇ ਕਿ 29 ਅਪ੍ਰੈਲ ਨੂੰ ਗੱਦੀ ਦੇ ਉੱਪਰ ਹਨੀਪ੍ਰੀਤ ਬੈਠਣਗੇ। ਸੋ ਇਹਨਾਂ ਸਾਰੀਆਂ ਖਬਰਾਂ ਦੀ ਅਪਡੇਸ਼ਨ ਦੇ ਲਈ ਕਿ ਹਨੀਪ੍ਰੀਤ ਗੱਦੀ ਤੇ ਬੈਠੇਗੀ ਜਾਂ ਫਿਰ ਉਹ ਇੱਕ ਪੈਰੋਕਾਰ ਦੇ ਤੌਰ ਤੇ ਹੀ ਡੇਰੇ ਦੇ ਵਿੱਚ ਬਣੇ ਰਹਿਣਗੇ, ਇਹਨਾਂ ਸਾਰੀਆਂ ਖਬਰਾਂ ਦੀ ਅਪਡੇਸ਼ਨ ਦੇ ਲਈ ਤੁਸੀਂ ਬਣੇ ਰਹੋ ਵਿਨਿੰਗ ਪੰਜਾਬ ਦੇ ਨਾਲ।